ਕਾਮਯਾਬ ਜੀਵ ਕੋਲ ਇੱਕ ਹੁਨਰ ਹੁੰਦਾ ਹੈ। ਇਸ ਹੁਨਰ ਦਾ ਇੱਕ ਹਿੱਸਾ ਲੋਚਕ ਭਾਵ ਨਿੰਦਕ ਦੇ ਮਕਸਦ ਨੂੰ ਸਮਝਦਾ ਹੈ ਔਰ ਉਸ ਦਾ ਦੂਸਰਾ ਕਾਫੀ ਵੱਡਾ ਹਿੱਸਾ ਖੁਦ ਨੂੰ ਸਮਝਦਾ ਹੈ। ਕਾਮਯਾਬ ਜੀਵ ਵਿਅਕਤੀ ਸੰਤ ਮਹਾਂਪੁਰਖ ਖੁਦ ਨੂੰ ਅੱਛੀ ਤਰ੍ਹਾਂ ਸਮਝਦੇ ਹਨ, ਇਸ ਲਈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਆਲੋਚਨਾ ਸਹੀ ਹੈ। ਦੂਸਰੇ ਲੋਕਾਂ ਦੀ ਤਰ੍ਹਾਂ ਸਫਲ ਲੋਕ ਭਾਵ ਸੰਤ ਲੋਕ ਆਪਣੀ ਆਲੋਚਨਾ ਪਸੰਦ ਨਹੀਂ ਕਰਦੇ, ਲੇਕਿਨ ਜਦ ਕੋਈ ਆਲੋਚਨਾ ਉਹਨਾਂ ਨੂੰ ਸਹੀ ਲੱਗਦੀ ਹੈ ਤਾਂ ਉਹ ਉਸ ਨੂੰ ਸ਼ਾਂਤੀ ਔਰ ਧੀਰਜ ਨਾਲ ਸੁਣਦੇ ਹਨ। ਉਹ ਖੁਦ ਨੂੰ ਸੁਧਾਰਨ ਲਈ ਆਲੋਚਕਾਂ ਕੋਲੋਂ ਸਲਾਹ ਲੈਂਦੇ ਹਨ ਔਰ ਸਲਾਹ ਮੰਗਦੇ ਵੀ ਹਨ। ਦਰਅਸਲ ਸਫਲ ਲੋਕ ਭਾਵ ਸੰਤ ਮਹਾਂਪੁਰਖ ਜਿਨ੍ਹਾਂ ਲੋਕਾਂ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਆਲੋਚਨਾ ਕਰਨ ਲਈ ਅਕਸਰ ਕਹਿੰਦੇ ਰਹਿੰਦੇ ਹਨ। ਉਹ ਅਕਸਰ ਉਹਨਾਂ ਕੋਲੋਂ ਪੁੱਛਦੇ ਹਨ ਕਿ ਮੈਂ ਕੰਮ ਕੈਸਾ ਕਰ ਰਿਹਾ ਹਾਂ, ਮੈਂ ਖੁਦ ਨੂੰ ਬਿਹਤਰ ਕਿੱਦਾਂ ਔਰ ਕੈਸੇ ਬਣਾ ਸਕਦਾ ਹਾਂ। ਚਰਿੱਤਰ ਬਹੁਤ ਸਾਰੇ ਗੁਣਾਂ ਦਾ ਸੁਮੇਲ ਹੈ। ਕਰੈਕਟਰ ਇਜ਼ ਏ ਕੰਬੀਨੇਸ਼ਨ। ਇਨਸਾਨ ਦਾ ਚਰਿੱਤਰ ਭਾਵ ਕਰੈਕਟਰ ਨਿਸ਼ਠਾ, ਨਿਰਸਵਾਰਥ ਭਾਵਨਾ, ਸਮਝਦਾਰੀ, ਦ੍ਰਿੜ ਵਿਸ਼ਵਾਸ, ਸਾਹਸ, ਵਫਾਦਾਰੀ ਔਰ ਦੂਸਰਿਆਂ ਦੀ ਇੱਜ਼ਤ ਵਰਗੇ ਗੁਣਾਂ ਦਾ ਮੇਲ ਜੋਲ ਹੁੰਦਾ ਹੈ। ਕੋਈ ਖੁਸ਼ਨੁਮਾ ਚਰਿੱਤਰਵਾਨ ਵਿਅਕਤੀ ਦੀ ਪਰਸਨੈਲਿਟੀ ਕਿਹੋ ਜਿਹੀ ਹੁੰਦੀ ਹੈ, ਉਸ ਦੇ ਗੁਣ ਕੀ ਹਨ। ਉਸ ਦਾ ਆਪਣਾ ਇੱਕ ਸਤਰ ਭਾਵ ਲੈਵਲ ਹੁੰਦਾ ਹੈ। ਉਸ ਵਿੱਚ ਆਤਮ ਸੰਜਮ ਹੁੰਦਾ ਹੈ। ਉਹ ਅਹੰਕਾਰ ਰਹਿਤ, ਦ੍ਰਿੜਤਾ ਔਰ ਆਤਮ ਵਿਸ਼ਵਾਸੀ ਹੁੰਦਾ ਹੈ। ਉਸ ਦਾ ਸੰਤੁਲਨ ਕਦੇ ਵਿਗੜ ਨਹੀਂ ਸਕਦਾ। ਉਹ ਦੂਸਰਿਆਂ ਦਾ ਧਿਆਨ ਰੱਖਦਾ ਹੈ। ਉਹ ਅਮੀਰੀ ਜਾਂ ਉੱਚੇ ਖਾਨਦਾਨ ਦੀ ਦੇਣ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਕਲਚਰ ਔਰ ਸਲੀਕੇ ਨਾਲ ਪੇਸ਼ ਆਉਣ ਲਈ ਕੁਰਬਾਨੀ ਦੇਣੀ ਪੈਣੀ ਹੈ। ਉਹ ਬਹਾਨੇ ਨਹੀਂ ਬਣਾਉਂਦਾ। ਉਹ ਆਪਣੀਆਂ ਪਿਛਲੀਆਂ ਗਲਤੀਆਂ ਨਾਲ ਸਿੱਖਦਾ ਹੈ। ਉਸ ਵਿੱਚ ਦਿਖਾਵਾ ਨਹੀਂ ਬਲਕਿ ਅਸਲੀਅਤ ਹੁੰਦੀ ਹੈ। ਉਹ ਆਪਣੇ ਫਾਇਦੇ ਲਈ ਦੂਸਰਿਆਂ ਨੂੰ ਤਬਾਹ ਨਹੀਂ ਕਰਦਾ। ਉਹ ਜ਼ਿੰਮੇਵਾਰੀਆਂ ਕਬੂਲਦਾ ਹੈ। ਉਸ ਦੇ ਸ਼ਬਦਾਂ ਵਿੱਚ ਮਿਠਾਸ, ਨਜ਼ਰ ਵਿੱਚ ਹਮਦਰਦੀ ਔਰ ਮੁਸਕਾਨ ਵਿੱਚ ਸ਼ਰਾਫਤ ਹੁੰਦੀ ਹੈ। ਉਸ ਵਿੱਚ ਉੱਚੇ ਲੋਕਾਂ ਦੀ ਸੋਭਤ ਵਿੱਚ ਰਹਿਣ ਦੀ ਕਾਬਲੀਅਤ ਹੁੰਦੀ ਹੈ। ਨਾਲ ਹੀ ਆਮ ਆਦਮੀ ਵਾਲਾ ਅੰਦਾਜ਼ ਹੁੰਦਾ ਹੈ। ਉਹ ਵਿੱਚ ਅਤਿਆਚਾਰ ਦੇ ਵਿਰੋਧ ਵਿੱਚ ਖੜਾ ਹੋ ਸਕਣ ਵਾਲਾ ਸਵੇ ਅਭਿਮਾਨ ਹੁੰਦਾ ਹੈ। ਉਹ ਆਪਣਿਆਂ ਨਾਲ ਔਰ ਦੂਸਰਿਆਂ ਨਾਲ ਸਹਿ ਸੁਭਾਅ ਰਹਿੰਦਾ ਹੈ। ਉਸ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਜੋ ਉਸ ਨੂੰ ਜਿੱਤਣ ਵਾਲੀ ਬੜਤ ਦਿੰਦੀ ਹੈ। ਉਸ ਨੂੰ ਪਹਿਚਾਨਣਾ ਆਸਾਨ ਹੁੰਦਾ ਹੈ। ਉਸ ਦੀ ਵਿਆਖਿਆ ਕਰਨੀ ਮੁਸ਼ਕਲ ਹੁੰਦੀ ਹੈ। ਉਹ ਜਿੱਤ ਔਰ ਹਾਰ ਵਿੱਚ ਦੋਵਾਂ ਪਰਿਸਥਿਤੀਆਂ ਵਿੱਚ ਸਮਾਨਤਾ ਬਣਾਈ ਰੱਖਦਾ ਹੈ। ਉਹ ਅਦਭੁਤ ਉਪਲਬਧੀਆਂ ਹਾਸਲ ਕਰਦਾ ਹੈ। ਉਹ ਦੁਨੀਆ ਤੋਂ ਅਲੱਗ ਕੰਮ ਕਰਦਾ ਹੈ। ਉਹ ਵਿਨਰਮ ਭਾਵ ਸਹਿਜ ਔਰ ਸ਼ਾਂਤ ਹੁੰਦਾ ਹੈ। ਉਹ ਸਹਿਜ ਸੁਭਾਅ ਹੀ ਚਮਤਕਾਰ ਕਰਦਾ ਹੈ। ਉਸ ਵਿੱਚ ਸਹਿਨਸ਼ੀਲਤਾ ਹੁੰਦੀ ਹੈ, ਗਰੂਰ ਨਹੀਂ। ਉਸ ਵਿੱਚ ਸਥਿਰਤਾ ਹੁੰਦੀ ਹੈ। ਉਹ ਭਾਗੇ ਜਾਂ ਪ੍ਰਸਿੱਧੀ ਦਾ ਮੁਹਤਾਜ ਨਹੀਂ ਹੁੰਦਾ। ਉਹ ਕੋਈ ਨੇਮ ਪਲੇਟ ਨਹੀਂ ਚਾਹੁੰਦਾ। ਉਸ ਵਿੱਚ ਆਤਮ ਅਨੁਸ਼ਾਸਨ ਔਰ ਗਿਆਨ ਹੁੰਦਾ ਹੈ। ਉਸ ਦੀ ਆਤਮਾ ਸੰਤੁਸ਼ਟ ਹੁੰਦੀ ਹੈ। ਆਤਮ ਸੰਤੁਸ਼ਟ ਹੁੰਦਾ ਹੈ। ਉਹ ਜਿੱਤਣ ਤੇ ਦਇਆ ਭਾਵ ਔਰ ਹਾਰਨ ਤੇ ਸਮਝਦਾਰੀ ਦਿਖਾਉਂਦਾ ਹੈ। ਸਫਲਤਾ ਹਾਸਲ ਕਰਨ ਨਾਲੋਂ ਅਧਿਕ ਮੁਸ਼ਕਲ ਇਸ ਨੂੰ ਸੰਭਾਲਣਾ ਹੈ। ਕਈ ਲੋਕ ਸਫਲ ਹੋ ਜਾਂਦੇ ਹਨ ਪਰ ਉਸ ਸਫਲਤਾ ਨੂੰ ਸੰਭਾਲਣ ਵਿੱਚ ਅਸਫਲ ਹੋ ਜਾਂਦੇ ਹਨ। ਇਸ ਲਈ ਯੋਗਤਾ ਔਰ ਚਰਿੱਤਰ ਦਾ ਚੋਲੀ ਦਾਮਨ ਦਾ ਸਾਥ ਭਾਵ ਇੱਕ ਰੂਹ ਹਨ। ਯੋਗਤਾ ਦੀ ਵਜ੍ਹਾ ਨਾਲ ਤੁਹਾਨੂੰ ਸਫਲਤਾ ਮਿਲਦੀ ਹੈ ਔਰ ਚਰਿੱਤਰ ਭਾਵ ਕਰੈਕਟਰ ਸਫਲਤਾ ਨੂੰ ਸੰਭਾਲਦਾ ਹੈ।
ਅਸੀਂ ਆਪਣੀ ਖੋਜ ਖੁਦ ਨਹੀਂ ਕਰਕੇ ਬਲਕਿ ਖੁਦ ਦਾ ਨਿਰਮਾਣ ਵੈਸਾ ਕਰਦੇ ਹਾਂ ਜੈਸਾ ਅਸੀਂ ਬਣਨਾ ਚਾਹੁੰਦੇ ਹਾਂ। ਚਰਿੱਤਰ ਨਿਰਮਾਣ ਭਾਵ ਕਰੈਕਟਰ ਨੂੰ ਬਚਾਉਣ ਦਾ ਸਿਲਸਿਲਾ ਸਾਡੇ ਬਚਪਨ ਤੋਂ ਸ਼ੁਰੂ ਹੁੰਦਾ ਹੈ ਔਰ ਮੌਤ ਤੱਕ ਚੱਲਦਾ ਰਹਿੰਦਾ ਹੈ। ਚਰਿੱਤਰ ਸਫਲਤਾ ਦਾ ਮੁਹਤਾਜ ਨਹੀਂ ਬਣਦਾ। ਜਿਸ ਤਰ੍ਹਾਂ ਬਗੀਚੇ ਨੂੰ ਬਾਗਵਾਨ ਬਚਾਉਣ ਲਈ ਲਗਾਤਾਰ ਜੰਗਲੀ ਕੰਡਿਆਂ ਨਾਲ ਔਰ ਘਾਹ ਬੂਸ ਨਾਲ ਨਿਰਾਈ ਕਰਦਾ ਰਹਿੰਦਾ ਹੈ, ਭਾਵ ਵਾੜ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਅਸੀਂ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਆਪਣੇ ਚਰਿੱਤਰ ਦਾ ਨਿਰਮਾਣ ਔਰ ਵਿਕਾਸ ਲਗਾਤਾਰ ਕਰਦੇ ਰਹਿੰਦੇ ਹਾਂ। ਮੁਸੀਬਤ ਵਿੱਚ ਚਰਿੱਤਰ ਬਣਦਾ ਹੈ ਔਰ ਨਿਖੜਦਾ ਹੈ। ਦਾਸ ਨਾਲ ਅਜਿਹਾ ਹੀ ਹੋਇਆ ਹੈ। ਐਡਵਰਸਿਟੀ ਬਰਡਸ ਐਂਡ ਰਿਵੇਵਲਸ ਕਰੈਕਟਰ। ਵਿਪਰੀਤ ਪਰਿਸਥਿਤੀਆਂ ਵਿੱਚ ਕੁਝ ਲੋਕ ਰਿਕਾਰਡ ਬਣਾਉਂਦੇ ਹਨ ਔਰ ਕੁਝ ਲੋਕ ਟੁੱਟ ਜਾਂਦੇ ਹਨ। ਦਾਸ ਨਾਲ ਅਜਿਹਾ ਵਾਪਰਿਆ ਤਾਂ ਹੀ ਇਸ ਪਰਮਾਤਮਾ ਦੇ ਮਾਰਗ ਤੇ ਚੱਲ ਰਿਹਾ ਹੈ ਔਰ ਇਹ ਸਾਰੀਆਂ ਚੀਜ਼ਾਂ ਜੋ ਦਾਸ ਨੇ ਲਿਖੀਆਂ ਹਨ ਇਹ ਦਾਸ ਦੇ ਹੱਡਬੀਤੀਆਂ ਹਨ। ਕਿਸੇ ਸੰਤ ਮਹਾਤਮਾ ਨੇ ਕਿਹਾ ਹੈ ਕਿ ਜਦ ਹਾਲਾਤ ਠੀਕ ਹੋਣ ਤਦ ਆਦਮੀ ਦੇ ਚਰਿੱਤਰ ਦੀ ਪਹਿਚਾਣ ਹੁੰਦੀ ਹੈ। ਜਦ ਸਭ ਕੁਝ ਠੀਕ ਠਾਕ ਚੱਲ ਰਿਹਾ ਹੋਵੇ ਤਾਂ ਸਮਝ, ਦਇਆ ਔਰ ਸਹਿਨਸ਼ੀਲਤਾ ਦਿਖਾਣੀ ਆਸਾਨ ਹੁੰਦੀ ਹੈ। ਲੇਕਿਨ ਜਦ ਹਾਲਾਤ ਖਰਾਬ ਹੁੰਦੇ ਹਨ ਤਾਂ ਸਾਡੇ ਉੱਪਰ ਕਾਫੀ ਦਬਾਅ ਹੁੰਦਾ ਹੈ। ਉਸ ਹਾਲਾਤ ਵਿੱਚ ਬਹੁਤ ਸਾਰੇ ਲੋਕ ਕੁਝ ਸੋਚ ਹੀ ਨਹੀਂ ਪਾਉਂਦੇ ਔਰ ਆਪਣੇ ਆਪ ਉੱਪਰ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਔਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਹਨਾਂ ਪਰਿਸਥਿਤੀਆਂ ਵਿੱਚ ਸਪਸ਼ਟ ਢੰਗ ਤਰੀਕੇ ਨਾਲ ਸੋਚਦੇ ਹਨ ਔਰ ਦੂਸਰਿਆਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ। ਇਨਸਾਨ ਦਾ ਚਰਿੱਤਰ ਮੁਸੀਬਤਾਂ ਨਾਲ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ। ਆਪ ਜੀ ਦੇਖ ਹੀ ਰਹੇ ਹੋਵੋਗੇ ਕਿ ਆਮ ਇਨਸਾਨਾਂ ਨਾਲ ਅਜਿਹਾ ਕੁਝ ਹੁੰਦਾ ਹੈ ਕਿ ਜਦ ਉਹ ਮੁਸੀਬਤ ਵਿੱਚ ਫਸਦੇ ਹਨ ਤੇ ਕੁਝ ਹੜਬੜਾ ਜਾਂਦੇ ਹਨ। ਲੇਕਿਨ ਜਿਨ੍ਹਾਂ ਦਾ ਚਰਿੱਤਰ ਬੜੀਆ ਹੈ ਉਹ ਮੁਸੀਬਤਾਂ ਦੇ ਟਾਈਮ ਤੇ ਉੱਭਰ ਕੇ ਸਾਹਮਣੇ ਆਉਂਦਾ ਹੈ। ਸੋ ਇਹ ਤਾਂ ਗੱਲ ਸੀ ਚਰਿੱਤਰ ਦੀ, ਕਰੈਕਟਰ ਦੀ। ਤੋ ਦਾਸ ਹੁਣ ਇੱਕ ਅਗਲਾ ਵਿਸ਼ਾ ਹੈ, ਉਹ ਹੈ ਸਹੀ ਸੋਚ और सकारात्मक विश्वास। ਸਹੀ ਸੋਚ ਔਰ ਸਕਾਰਾਤਮਕ ਵਿਸ਼ਵਾਸ ਤੇ ਗੱਲ ਕਰਨ ਜਾ ਰਿਹਾ ਹੈ। ਪੋਜ਼ਿਟਿਵ ਥਿੰਕਿੰਗ ਐਂਡ ਪੋਜ਼ਿਟਿਵ ਬਿਲੀਵਿੰਗ। ਸਕਾਰਾਤਮਕ ਸੋਚ ਔਰ ਸਕਾਰਾਤਮਕ ਵਿਸ਼ਵਾਸ ਵਿੱਚ ਕੀ ਫਰਕ ਹੈ? ਅਸੀਂ ਜਦ ਆਪਣੇ ਵਿਚਾਰਾਂ ਦੀ ਆਵਾਜ਼ ਸੁਣਦੇ ਹਾਂ ਤਾਂ ਉਹ ਸਾਨੂੰ ਕਿਹੋ ਜਿਹੇ ਲੱਗਦੇ ਹਨ? ਇਹ ਕੁਐਸਚਨ ਮਾਰਕ ਹੋ ਰਿਹਾ ਹੈ। ਇਹ ਸਕਾਰਾਤਮਕ ਭਾਵ ਸਹੀ ਜਾਂ ਨਕਾਰਾਤਮਕ ਭਾਵ ਗਲਤ ਲੱਗਦੇ ਹਨ? ਭਾਈ, ਕੀ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਦਿਮਾਗ ਨੂੰ ਸਫਲਤਾ ਲਈ ਸਲਾਹ ਦੇ ਰਹੇ ਹਾਂ ਜਾਂ ਅਸਫਲਤਾ ਲਈ? ਕਦੀ ਸੋਚਿਆ ਅਸੀਂ? ਜਦ ਕਿ ਸਾਡੇ ਸੋਚਣ ਦੇ ਤਰੀਕੇ ਦਾ ਸਾਡੇ ਕੰਮ ਕਰਨ ਦੀ ਤੀਬਰਤਾ ਭਾਵ क्षमता ਉੱਪਰ ਗਹਿਰਾ ਅਸਰ ਪੈਂਦਾ ਹੈ। ਆਪਣੇ ਲਈ ਸਹੀ ਨਜ਼ਰੀਆ ਅਪਣਾਉਣ ਔਰ ਪ੍ਰੇਰਿਤ ਹੋਣ ਦਾ ਚੁਣਾਵ ਅਸੀਂ ਰੋਜ਼ਾਨਾ ਕਰਨਾ ਹੁੰਦਾ ਹੈ। ਸਹੀ ਜੀਵਨ ਜੀਣਾ ਆਸਾਨ ਨਹੀਂ ਹੈ, ਪਰ ਗਲਤ ਜੀਵਨ ਜੀਣਾ ਨਰਕ ਹੈ ਔਰ ਆਸਾਨ ਵੀ ਨਹੀਂ ਹੈ। बस दोबारा बोल रहा है कि सही जीवन जीना आसान नहीं है, पर गलत जीवन जीना नरक है और आसान भी नहीं है। लेकिन दास अपनी सोच मुताबिक सही जीवन जीना ही चुनेगा। ते ਸਰੋਤਿਆਂ ਨੂੰ ਵੀ ਇਹ ਹੀ ਬੇਨਤੀ ਕਰੇਗਾ ਕਿ ਤੁਸੀਂ ਵੀ ਸਹੀ ਜੀਵਨ ਜੀਣ ਦੀ ਕਲਾ ਸਿੱਖੋ। ਸਹੀ ਸੋਚ ਸਾਡੀ ਕਿਸਮਤਾਂ ਦਾ ਭਰਪੂਰ ਇਸਤੇਮਾਲ ਕਰਨ ਵਿੱਚ ਮਦਦ ਕਰਦੀ ਹੈ। ਸਹੀ ਸੋਚ ਸਾਡੀ ਕਿਸਮਤਾਂ ਦਾ ਭਰਪੂਰ ਇਸਤੇਮਾਲ ਕਰਨ ਵਿੱਚ ਮਦਦ ਕਰਦੀ ਹੈ। ਸਹੀ ਵਿਸ਼ਵਾਸ ਸਹੀ ਸੋਚ ਤੋਂ ਵੀ ਵੱਡੀ ਚੀਜ਼ ਹੈ
ਮਤਲਬ ਸਹੀ ਵਿਸ਼ਵਾਸ ਹੋਵੇਗਾ ਤਾਂ ਸਹੀ ਸੋਚ ਵਧੀਆ ਵਧੀਆ ਨਤੀਜਾ ਦੇਗੀ। ਸਹੀ ਵਿਸ਼ਵਾਸ ਦਾ ਮਤਲਬ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਨਜ਼ਰੀਆ ਹੈ ਜੋ ਤਿਆਰੀ ਨਾਲ, ਹਮੇਸ਼ਾ ਹੀ ਤਿਆਰੀ ਕਰਾਂਗੇ ਤਾਂ ਤਿਆਰੀ ਨਾਲ ਉਪਜਦਾ ਹੈ। ਸੋ ਇਹ ਆਪ ਜੀ ਨੂੰ ਸਮਝ ਗੱਲ ਆ ਗਈ ਹੋਏਗੀ। ਇਸੇ ਤਰ੍ਹਾਂ ਹੀ ਅਗਲਾ ਇੱਕ ਵਿਸ਼ਾ ਹੈ ਦ੍ਰਿੜਤਾ ਦੀ ਸ਼ਕਤੀ, ਦਾ ਪਾਵਰ ਆਫ ਪ੍ਰੈਜ਼ੈਂਸ। ਦ੍ਰਿੜਤਾ ਦੀ ਸ਼ਕਤੀ, ਦ੍ਰਿੜਤਾ ਇੱਕ ਫੈਸਲਾ ਹੈ। ਇਹ ਫੈਸਲਾ ਲੈ ਕੇ ਇਨਸਾਨ ਖੁਦ ਨਾਲ ਕੋਈ ਕੰਮ ਪੂਰਾ ਕਰਨ ਦਾ ਵਚਨ ਕਰਦਾ ਹੈ। ਥੱਕ ਜਾਣ ਤੇ ਕੋਸ਼ਿਸ਼ ਬੰਦ ਕਰਨ ਦੀ ਇੱਛਾ ਹੁੰਦੀ ਹੈ, ਲੇਕਿਨ ਜਿੱਤਣ ਵਾਲੇ ਵਿੱਚ ਸਹਿਨਸ਼ੀਲਤਾ, ਸਹਿ ਸ਼ਕਤੀ ਹੁੰਦੀ ਹੈ। ਕਿਸੇ ਜਿੱਤਣ ਵਾਲੇ ਕੋਲੋਂ ਪੁੱਛੋ ਕਿ ਸ਼ੁਰੂ ਕੀਤੇ ਹੋਏ ਕੰਮ ਨੂੰ ਪੂਰਾ ਕਰਨ ਲਈ ਕਿੰਨੀ ਤਕਲੀਫ ਉਠਾਈ ਹੈ। ਕਿਸੇ ਜਿੱਤਣ ਵਾਲੇ ਕੋਲੋਂ ਪੁੱਛੋ ਕਿ ਸ਼ੁਰੂ ਕੀਤੇ ਹੋਏ ਕੰਮ ਨੂੰ ਪੂਰਾ ਕਰਨ ਲਈ ਕਿੰਨੀ ਤਕਲੀਫ ਉਠਾਈ ਹੈ। ਦੂਸਰੀ ਤਰਫ ਅਸਫਲ ਲੋਕਾਂ ਨੇ ਸ਼ੁਰੂਆਤ ਤਾਂ ਬਹੁਤ ਵਧੀਆ ਕੀਤੀ, ਪਰ ਸ਼ੁਰੂ ਕੀਤੇ ਹੋਏ ਕੰਮ ਨੂੰ ਪੂਰਾ ਤਾਂ ਕੀਤਾ ਹੀ ਨਹੀਂ। ਸੋ ਦ੍ਰਿੜਤਾ ਲਈ ਲਕਸ਼ ਹੋਣਾ ਜ਼ਰੂਰੀ ਹੈ। ਜਿਸ ਵਿਅਕਤੀ ਦਾ ਕੋਈ ਲਕਸ਼ ਨਹੀਂ ਹੈ ਉਸ ਕੋਲ ਨਾ ਤਾਂ ਦ੍ਰਿੜਤਾ ਆ ਸਕਦੀ ਹੈ ਔਰ ਨਾ ਹੀ ਉਸ ਦੀ ਆਤਮਾ ਸੰਤੁਸ਼ਟ ਹੋ ਸਕਦੀ ਹੈ। ਜਦ ਕੋਈ ਕੰਮ ਵਿਗੜ ਜਾਏ, ਕਦੇ ਹੁੰਦਾ ਹੈ ਕਿ ਰਸਤਾ ਸਿਰਫ ਚੜ੍ਹਾਈ ਵਾਲਾ ਹੁੰਦਾ ਹੈ, ਕਦੇ ਹੁੰਦਾ ਹੈ ਕਿ ਖਰਚ ਜ਼ਿਆਦਾ ਔਰ ਪੈਸੇ ਪੱਲੇ ਘੱਟ ਹੁੰਦੇ ਹਨ। ਕਮਾਈ ਘੱਟ ਹੁੰਦੀ ਹੈ, ਖਰਚ ਸਿਰ ਤੋਂ ਜ਼ਿਆਦਾ ਹੁੰਦਾ ਹੈ, ਮਤਲਬ ਖਰਚ ਬਹੁਤ ਜ਼ਿਆਦਾ ਹੁੰਦਾ ਹੈ। ਜਦ ਮੁਸਕਰਾਹਟ ਦੀ ਇੱਛਾ ਆ ਬਣੇ, ਜਦ ਚਿੰਤਾਵਾਂ ਦਬਾ ਰਹੀਆਂ ਹੋਣ ਤਾਂ ਸੁਸਤਾ ਲਵੋ, ਲੇਕਿਨ ਹਿੰਮਤ ਨਾ ਹਾਰੋ ਪਿਆਰੇ। ਇਹ ਜੀਵਨ ਭੁੱਲ ਭੁਲਈਆ ਹੈ, ਪਗਡੰਡੀਆਂ ਜਿਸ ਦੀਆਂ ਪਾਰ ਕਰਨੀਆਂ ਹਨ। ਇਹ ਕੋਈ ਭੁੱਲ ਭੁਲਈਆ ਹੈ ਜਿਸ ਦੀਆਂ ਪਗਡੰਡੀਆਂ ਪਾਰ ਕਰਨੀਆਂ ਹਨ। ਕਈ ਅਸਫਲ ਇਹਨਾਂ ਵਿੱਚੋਂ ਵਾਪਸ ਹੋ ਗਏ, ਕਈ ਪਾਰ ਕਰਦੇ ਹੋਏ ਅੱਗੇ बढ़ते ਗਏ। ਸੋ ਧੀਮੀ ਔਰ ਸੁਸਤ ਰਫ਼ਤਾਰ ਤਾਂ ਕਿਆ, ਮੰਜ਼ਿਲ ਇੱਕ ਦਿਨ ਜ਼ਰੂਰ ਪਾਓਗੇ। ਸਫਲਤਾ ਸਿੱਧੀ ਹੁੰਦੀ ਹੈ, ਅਸਫਲਤਾ ਸ਼ੰਕਾ ਦੇ ਬੱਦਲਾਂ ਵਾਂਗ ਹੁੰਦੀ ਹੈ। ਇਸ ਵਿੱਚ ਆਸਾ ਦੀ ਕਿਰਨ ਨਾਪ ਸਕਣਾ ਮੁਸ਼ਕਲ ਹੈ, ਲੇਕਿਨ ਚੱਲਣ ਤੇ ਮੰਜ਼ਿਲ ਨਜ਼ਦੀਕ ਹੋ ਰਹੀ ਹੁੰਦੀ ਹੈ। ਸੋ ਮੰਜ਼ਿਲ ਤੇ ਡਟੇ ਰਹੋ, ਹਿੰਮਤ ਨਾ ਹਾਰੋ ਪਿਆਰੇ। ਜਿੰਨੇ ਵੀ ਸਾਧੂ ਸੰਤ ਪੀਰ ਪੈਗੰਬਰ ਔਲੀਏ ਇਸ ਧਰਤੀ ਤੇ ਆਏ ਹਨ, ਉਹਨਾਂ ਨੇ ਦ੍ਰਿੜਤਾ ਦੀ ਸ਼ਕਤੀ ਦਾ ਆਸਰਾ ਲੈ ਕੇ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਇਬਾਦਤ ਕੀਤੀ ਹੈ। ਸੋ ਅਗਲਾ ਇੱਕ ਹੋਰ ਵਿਸ਼ਾ ਹੈ ਕਿ ਆਪਣੇ ਕੰਮ ਦੇ ਉੱਪਰ ਗਰਵ ਮਹਿਸੂਸ ਕਰੋ। ਜੋ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਉੱਪਰ ਗਰਵ ਮਹਿਸੂਸ ਕਰੋ। ਪ੍ਰਾਈਡ ਆਫ ਪਰਫਾਰਮੈਂਸ। ਹਰ ਕੰਮ ਨੂੰ ਪਹਿਲੀ ਵਾਰ ਹੀ ਸਹੀ ਢੰਗ ਨਾਲ ਕਰੋ ਔਰ ਫਿਰ ਹਰ ਵਾਰ ਸਹੀ ਢੰਗ ਨਾਲ ਕਰਦੇ ਰਹੋ। ਹਰ ਕੰਮ ਨੂੰ ਪਹਿਲੀ ਵਾਰ ਹੀ ਸਹੀ ਢੰਗ ਨਾਲ ਕਰੋ ਔਰ ਹਰ ਵਾਰ ਸਹੀ ਢੰਗ ਨਾਲ ਕਰਦੇ ਰਹੋ। ਆਉਣ ਵਾਲੇ ਕੱਲ ਦਾ ਸਭ ਤੋਂ ਵੱਡਾ ਬੀਮਾ ਭਾਵ ਇੰਸ਼ੋਰੈਂਸ ਅੱਛੇ ਢੰਗ ਨਾਲ ਕੀਤਾ ਗਿਆ ਕੰਮ ਹੈ। ਉੱਚ ਮੱਤ ਤਦ ਹਾਸਲ ਹੁੰਦੀ ਹੈ ਜਦ ਕੰਮ ਕਰਨ ਵਾਲੇ ਨੂੰ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕਰਕੇ ਗਰਵ ਮਹਿਸੂਸ ਹੁੰਦਾ ਹੈ। ਹਰ ਕੰਮ ਉਸਦੇ ਕਰਨ ਵਾਲੇ ਦਾ ਅਕਸ ਹੁੰਦਾ ਹੈ, ਚਾਹੇ ਉਹ ਘਰ ਦੀ ਸਫਾਈ ਦਾ ਕੰਮ ਹੋਵੇ, ਫਰਸ਼ ਸਾਫ਼ ਕਰਨ ਦਾ ਕੰਮ ਹੋਵੇ, ਜਾਂ ਘਰ ਦੀ ਰਸੋਈ ਦਾ ਕੰਮ ਹੋਵੇ, ਜਾਂ ਫਿਰ ਪ੍ਰਭੂ ਦੀ ਭਗਤੀ ਦਾ ਕੰਮ ਹੋਵੇ। ਕੰਮ ਕੋਈ ਵੀ ਹੋਵੇ, ਛੋਟੀਆਂ ਚੀਜ਼ਾਂ ਹੀ ਪੂਰਨਤਾ ਲਿਆਂਦੀਆਂ ਹਨ, ਪਰ
ਪਰ ਪੂਰਨਤਾ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ।